Hello, dear students. Bete, our next topic will be chemical properties of metal. ਪਹਿਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀ ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲ ਐਂਡ ਨਾਓ ਵੀ ਵਿਲ ਸਟੱਡੀ ਕੈਮੀਕਲ ਪ੍ਰੋਪਰਟੀਜ਼ ਆਫ ਮੈਟਲ। ਮੈਟਲਸ ਦੀਆਂ ਕੈਮੀਕਲ ਪ੍ਰੋਪਰਟੀਜ਼ ਕੀ ਹਨ? Metals. First property, what happens when metals are burnt in air? ਕੀ ਹੋਵੇਗਾ ਜਦੋਂ ਮੈਟਲ ਨੂੰ 에ਅਰ ਦੇ ਵਿੱਚ ਬਰਨ ਕਰਾਂਗੇ ਜਾਂ ਰਿਐਕਸ਼ਨ ਆਫ ਮੈਟਲ ਵਿਦ 에ਅਰ। ਤੇ ਇਸ ਨੂੰ ਅਸੀਂ ਬਰੀਫਲੀ ਹੀ ਡਿਸਕਸ ਕਰਨਾ ਹੈ। ਜੋ ਡਿਟੇਲ ਹੈ ਉਹ ਕਲਾਸ ਦੇ ਵਿੱਚ ਦੁਬਾਰਾ ਰਿਵਾਈਜ਼ ਕਰਵਾ ਦਿੱਤੀ ਜਾਵੇਗੀ। ਮੈਟਲ ਪਲੱਸ ਆਕਸੀਜਨ, ਜਦੋਂ ਕੋਈ ਮੈਟਲ ਆਕਸੀਜਨ ਨਾਲ ਰਿਐਕਸ਼ਨ ਕਰਦੀ ਆ ਤਾਂ ਕੀ ਬਣ ਜਾਂਦਾ ਹੈ? ਮੈਟਲ ਆਕਸਾਈਡ। ਦਾ ਪ੍ਰੋਡਕਟ ਵਿਲ ਬੀ ਮੈਟਲ ਆਕਸਾਈਡ। ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਹੋਈ ਆ, ਕਾਪਰ ਮੈਟਲ ਹੈ, ਆਕਸੀਜਨ ਨਾਲ ਰਿਐਕਸ਼ਨ ਕਰੂਗੀ ਤਾਂ ਕੀ ਬਣ ਜੂ? ਕਾਪਰ ਆਕਸਾਈਡ। ਬੈਲੈਂਸ ਕਰਨ ਲਈ 2 ਆਕਸੀਜਨ ਨੇ, ਇੱਥੇ 2 ਲਾ ਦਿਆਂਗੇ, ਕਾਪਰ 2 ਹੋ ਗਏ ਅਤੇ ਇੱਧਰ ਵੀ 2 ਕਰ ਦਿਆਂਗੇ। ਕੋਈ ਵੀ ਮੈਟਲ ਅਲਮੀਨੀਅਮ ਦੇ ਵਿੱਚ ਆਕਸੀਜਨ ਪਾਵਾਂਗੇ ਤਾਂ ਬਣ ਜਾਏਗਾ ਅਲਮੀਨੀਅਮ ਆਕਸਾਈਡ। ਜ਼ਿੰਕ ਦੇ ਵਿੱਚ ਆਕਸੀਜਨ ਪਾ ਦੇਵਾਂਗੇ, ਜ਼ਿੰਕ ਆਕਸਾਈਡ। ਸੋ ਜਨਰਲ ਰਿਐਕਸ਼ਨ ਕੀ ਹੈ? ਮੈਟਲ ਪਲੱਸ ਆਕਸੀਜਨ, ਮੈਟਲ ਆਕਸਾਈਡ। Almost all metals combine with oxygen to form metal oxides. ਲਗਭਗ ਸਾਰੀਆਂ ਮੈਟਲਸ ਆਕਸੀਜਨ ਨਾਲ ਮਿਲ ਕੇ ਕੀ ਬਣਾਉਂਦੀਆਂ ਹਨ? ਮੈਟਲ ਆਕਸਾਈਡ। ਇਹ ਪਹਿਲੀ ਰਿਐਕਸ਼ਨ ਸੀ ਜੀ, ਰਿਐਕਸ਼ਨ ਆਫ ਮੈਟਲ ਵਿਦ ਆਕਸੀਜਨ। ਨੈਕਸਟ ਰਿਐਕਸ਼ਨ, ਜਿਹੜਾ ਮੈਟਲ ਆਕਸਾਈਡ ਬਣ ਗਿਆ, most metal oxides are insoluble in water. ਬਹੁਤ ਸਾਰੇ ਮੈਟਲ ਆਕਸਾਈਡ ਪਾਣੀ ਦੇ ਵਿੱਚ ਨਹੀਂ ਘੁਲਦੇ। But some of these dissolve in water to form alkalis. ਪਰ ਇਹਨਾਂ ਵਿੱਚੋਂ ਕੁਝ ਪਾਣੀ ਵਿੱਚ ਘੁਲ ਜਾਂਦੇ ਹਨ। ਜਿਸ ਤਰ੍ਹਾਂ ਮੈਟਲ ਸੋਡੀਅਮ ਨੇ ਆਕਸੀਜਨ ਨਾਲ ਰਿਐਕਸ਼ਨ ਕਰਕੇ ਕੀ ਬਣ ਗਿਆ? ਸੋਡੀਅਮ ਆਕਸਾਈਡ। ਇਸ ਨੂੰ ਪਾਣੀ ਵਿੱਚ ਘੋਲੀਏ ਤਾਂ ਕੀ ਬਣ ਜਾਂਦਾ ਹੈ? ਸੋਡੀਅਮ ਹਾਈਡਰੋਕਸਾਈਡ। AQ ਸਟੈਂਡਸ ਫਾਰ ਐਕੁਅਸ ਸਲਿਊਸ਼ਨਸ। 9th ਦੇ ਵਿੱਚ ਪੜ੍ਹਿਆ। ਦੇ ਸਲਿਊਸ਼ਨ ਵਿਚ ਹੈਜ਼ ਵਾਟਰ ਐਜ ਏ ਸੋਲਵੈਂਟ ਇਜ਼ ਕਾਲਡ ਐਕੁਅਸ ਸਲਿਊਸ਼ਨ। ਸੋ ਨੈਕਸਟ ਰਿਐਕਸ਼ਨ ਆ ਜਿਹੜੀ, ਮੈਟਲ ਆਕਸਾਈਡ ਵਾਟਰ ਨਾਲ ਮਿਲ ਕੇ ਕੀ ਬਣਾਉਂਦੇ ਹਨ? ਮੈਟਲ ਹਾਈਡਰੋਕਸਾਈਡ। ਇੱਕ ਐਗਜ਼ਾਮਪਲ ਹੋਰ ਹੈ, ਪੋਟਾਸੀਅਮ ਆਕਸਾਈਡ ਵਾਟਰ ਨਾਲ ਰਿਐਕਟ ਕਰਕੇ ਕੀ ਬਣਾਊਗਾ? ਪੋਟਾਸੀਅਮ ਹਾਈਡਰੋਕਸਾਈਡ। ਸੋ ਦੋ ਰਿਐਕਸ਼ਨਸ ਹੋ ਗਈਆਂ। ਮੈਟਲਸ ਆਕਸੀਜਨ ਨਾਲ ਰਿਐਕਸ਼ਨ ਕਰਕੇ ਕੀ ਬਣਾਉਂਦੀਆਂ ਹਨ? ਮੈਟਲ ਆਕਸਾਈਡ। ਅਤੇ ਜਿਹੜੇ ਮੈਟਲ ਆਕਸਾਈਡ ਵਾਟਰ ਨਾਲ ਰਿਐਕਟ ਕਰਦੇ ਆ, ਸਾਰੇ ਨਹੀਂ ਕਰਦੇ, ਜਿਹੜੇ ਕਰਦੇ ਹਨ ਉਹ ਕੀ ਬਣਾਉਂਦੇ ਹਨ? ਮੈਟਲ ਹਾਈਡਰੋਕਸਾਈਡ, ਸੋਡੀਅਮ ਹਾਈਡਰੋਕਸਾਈਡ। Second reaction, what happens when metal react with water? ਪਹਿਲੀ ਸੀ metal react with air, ਹੁਣ metal react with water। ਜਦੋਂ ਕੋਈ ਮੈਟਲ ਵਾਟਰ ਨਾਲ ਰਿਐਕਟ ਕਰਦੀ ਆ ਤਾਂ ਕਿਸ ਤਰ੍ਹਾਂ ਦੀ ਰਿਐਕਸ਼ਨ ਹੁੰਦੀ ਹੈ? ਮੈਟਲ ਪਲੱਸ ਵਾਟਰ, ਜਦੋਂ ਮੈਟਲ ਵਾਟਰ ਨਾਲ ਰਿਐਕਟ ਕਰਦੀ ਹੈ ਤਾਂ ਕੀ ਬਣਦਾ ਹੈ? ਮੈਟਲ ਆਕਸਾਈਡ ਪਲੱਸ ਹਾਈਡਰੋਜਨ ਗੈਸ। ਮੈਟਲ ਆਕਸਾਈਡ ਪਲੱਸ ਹਾਈਡਰੋਜਨ ਗੈਸ। ਮੈਟਲ ਰਿਐਕਟ ਵਿਦ ਵਾਟਰ ਐਂਡ ਪ੍ਰੋਡਿਊਸ ਏ ਮੈਟਲ ਆਕਸਾਈਡ ਐਂਡ ਹਾਈਡਰੋਜਨ ਗੈਸ। ਫਿਰ ਰਿਪੀਟ ਕਰ ਰਿਹਾ ਹੋਇਆ, ਪਹਿਲਾਂ ਵੀ ਆਪਾਂ ਕਰ ਲਿਆ।
some metal oxide that are soluble in water, ਉਹੀ ਗੱਲ ਫੇਰ ਆ ਗਈ, ਜਦੋਂ ਮੈਟਲ ਆਕਸਾਈਡ ਵਾਟਰ ਨਾਲ ਰਿਐਕਟ ਕਰਦੇ ਆ ਤਾਂ ਕੀ ਬਣਦੇ ਆ, ਮੈਟਲ ਹਾਈਡਰੋਕਸਾਈਡ। ਦੋ ਰਿਐਕਸ਼ਨਸ ਮੇਨ ਹੋ ਗਈਆਂ, ਵੈਨ metal react with oxygen it produces metal oxide, and when metal react with water it produced metal oxide plus hydrogen। ਉੱਥੇ ਵੀ ਮੈਟਲ ਆਕਸਾਈਡ ਬਣਿਆ ਸੀ, ਇੱਥੇ ਵੀ ਮੈਟਲ ਆਕਸਾਈਡ ਬਣਿਆ, ਇੱਥੇ ਨਾਲ ਹਾਈਡਰੋਜਨ ਗੈਸ ਪ੍ਰੋਡਿਊਸ ਹੋ ਗਈ। ਜਦੋਂ ਮੈਟਲ ਆਕਸਾਈਡ ਆ ਚਾਹੇ ਪਹਿਲੀ ਰਿਐਕਸ਼ਨ 'ਚ ਜਾਂ ਇਹਦੇ 'ਚ, ਜਦੋਂ ਪਾਣੀ ਨਾਲ ਰਿਐਕਟ ਕਰਦਾ ਤਾਂ ਕੀ ਬਣਦਾ, ਮੈਟਲ ਹਾਈਡਰੋਕਸਾਈਡ। ਇਸ ਨੂੰ ਧਿਆਨ ਨਾਲ ਸੁਣ ਲੈਣਾ ਹੈ, ਬੜਾ ਈਜੀ ਹੈ। ਮੈਂ ਫਿਰ ਰਿਪੀਟ ਕਰਦਾ, ਜਦੋਂ ਮੈਟਲ ਆਕਸੀਜਨ ਨਾਲ ਰਿਐਕਟ ਕਰਦੀ ਆ ਤਾਂ ਬਣਦਾ ਮੈਟਲ ਆਕਸਾਈਡ, ਜਦੋਂ ਮੈਟਲ ਵਾਟਰ ਨਾਲ ਰਿਐਕਟ ਕਰਦੀ ਆ ਤਾਂ ਬਣਦਾ ਮੈਟਲ ਆਕਸਾਈਡ ਪਲੱਸ ਹਾਈਡਰੋਜਨ। ਅਤੇ ਮੈਟਲ ਆਕਸਾਈਡ ਉੱਧਰ ਵੀ ਬਣਿਆ ਅਤੇ ਇੱਥੇ ਵੀ ਬਣਿਆ। ਮੈਟਲ ਆਕਸਾਈਡ ਵੈਨ ਰਿਐਕਟ ਵਿਦ ਵਾਟਰ ਇਟ ਪ੍ਰੋਡਿਊਸਿਸ ਮੈਟਲ ਹਾਈਡਰੋਕਸਾਈਡ, ਮੈਟਲ ਹਾਈਡਰੋਕਸਾਈਡ। ਰਿਐਕਸ਼ਨਸ ਦਿੱਤੀਆਂ ਹੋਈਆਂ ਨੇ, ਐਗਜ਼ਾਮਪਲ ਪੋਟਾਸ਼ੀਅਮ ਰਿਐਕਟ ਵਿਦ ਵਾਟਰ, ਮੈਟਲ ਰਿਐਕਟ ਵਿਦ ਵਾਟਰ, ਕੀ ਬਣੇਗਾ, ਪੋਟਾਸ਼ੀਅਮ ਹਾਈਡਰੋਕਸਾਈਡ ਪਲੱਸ ਹਾਈਡਰੋਜਨ, ਪੋਟਾਸ਼ੀਅਮ ਹਾਈਡਰੋਕਸਾਈਡ ਪਲੱਸ ਹਾਈਡਰੋਜਨਸ। ਅਤੇ ਥਰਡ ਰਿਐਕਸ਼ਨ ਬੇਟੇ ਵਟ ਹੈਪਨਸ, ਇਹ ਸੇਮ ਨੇ ਸਾਰੀਆਂ। ਵਟ ਹੈਪਨਸ ਵੈਨ ਮੈਟਲ ਰਿਐਕਟ ਵਿਦ ਐਨ ਐਸਿਡ, ਪਹਿਲੀ ਸੀ ਮੈਟਲ ਰਿਐਕਟ ਵਿਦ ਆਕਸੀਜਨ, ਦੂਸਰੀ ਮੈਟਲ ਰਿਐਕਟ ਵਿਦ ਵਾਟਰ, ਤੀਸਰੀ ਵਟ ਹੈਪਨਸ ਵੈਨ ਮੈਟਲ ਰਿਐਕਟ ਵਿਦ ਐਸਿਡ। ਜਦੋਂ ਮੈਟਲ ਐਸਿਡ ਨਾਲ ਰਿਐਕਟ ਕਰਦਾ, ਪਹਿਲਾਂ ਵੀ ਕਿਤੇ ਇਹ ਪੜ੍ਹ ਚੁੱਕੇ ਹੋ, ਵੀ ਹੈਵ ਆਲਰੇਡੀ ਲਰਨਡ ਦੈਟ ਮੈਟਲ ਰਿਐਕਟ ਵਿਦ ਵਾਟਰ with acid to give salt and hydrogen gas, to give salt and hydrogen gas। metal plus acid ਕੀ ਬਣਦਾ ਹੈ, salt plus hydrogen gas। ਇੱਥੇ ਦੀ ਐਗਜ਼ਾਮਪਲ ਨਹੀਂ ਦਿੱਤੀ ਗਈ, ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦੇ ਹਾਂ। ਸਪੋਜ਼ ਜ਼ਿੰਕ ਪਲੱਸ ਕੋਈ ਵੀ ਐਸਿਡ ਲੈ ਲਓ, ਸਲਫਿਊਰਿਕ ਐਸਿਡ H2SO4, ਤਾਂ ਕੀ ਬਣ ਜੂਗੀ, ਸਾਲਟ ਕਿਹੜਾ ਬਣ ਗਿਆ, ਜ਼ਿੰਕ ਸਲਫੇਟ ਪਲੱਸ ਹਾਈਡਰੋਜਨ ਗੈਸ। ਸਲਫਿਊਰਿਕ ਐਸਿਡ ਲਿਆ, ਅਸੀਂ ਇੱਥੇ ਹਾਈਡਰੋਕਲੋਰਿਕ ਐਸਿਡ ਵੀ ਲੈ ਸਕਦੇ ਹਾਂ, ਜ਼ਿੰਕ ਪਲੱਸ HCl ਹਾਈਡਰੋਕਲੋਰਿਕ ਐਸਿਡ, ਤਾਂ ਕੀ ਬਣ ਜੂਗਾ, ਜ਼ਿੰਕ ਕਲੋਰਾਈਡ ਪਲੱਸ ਹਾਈਡਰੋਜਨ ਗੈਸ। ਬੈਲੈਂਸ ਕਰਨ ਲਈ H2 ਆ, ਇੱਥੇ 2 ਹੋ ਗਿਆ ਤਾਂ ਕਲੋਰੀਨਸ ਵੀ 2 ਹੋ ਗਈਆਂ, ਤਾਂ ਇੱਥੇ ਵੀ ਕਲੋਰੀਨ 2 ਹੋ ਜਾਣਗੇ। ਹੁਣ ਜ਼ਿੰਕ ਵੀ 2 ਹੋ ਗਏ ਅਤੇ ਇਹਦੇ ਅੱਗੇ ਵੀ 2 ਲਾ ਦਿਆਂਗੇ। ਬੈਲੈਂਸ ਤੁਹਾਨੂੰ ਸਿਖਾਇਆ ਹੋਇਆ ਹੈ। ਸੋ ਇਹ ਤੀਜੀ ਰਿਐਕਸ਼ਨ ਸੀ, 3 ਹੋ ਗਈਆਂ। ਫਸਟ ਮੈਟਲ ਵਿਦ ਆਕਸੀਜਨ, ਸੈਕਿੰਡ ਮੈਟਲ ਵਿਦ ਵਾਟਰ, ਥਰਡ ਇਜ਼ ਮੈਟਲ ਵਿਦ acid। Fourth reaction, how do metal react with the solution of other metal salt? ਇੱਕ ਮੈਟਲ ਹੈ ਤੇ ਇੱਕ ਹੋਰ ਮੈਟਲ ਸਾਲਟ ਹੈ। ਸਪੋਜ਼ ਇੱਕ ਜ਼ਿੰਕ ਹੈ ਤੇ ਦੂਸਰਾ ਮੈਟਲ ਸਾਲਟ ਹੈ, ਸੋਡੀਅਮ ਸਲਫੇਟ, ਕਾਪਰ ਸਲਫੇਟ, ਜ਼ਿੰਕ ਸਲਫੇਟ। ਇਹ ਪਹਿਲਾਂ ਅਸੀਂ ਕਰ ਚੁੱਕੇ ਹਾਂ ਫਸਟ ਚੈਪਟਰ ਦੇ ਵਿੱਚ। ਫਿਰ ਕਿਹੜੀ ਰਿਐਕਸ਼ਨ ਹੋਊਗੀ, ਡਿਸਪਲੇਸਮੈਂਟ ਰਿਐਕਸ਼ਨ। ਜੇ ਕਿਸੇ ਸਟੂਡੈਂਟ ਦੇ ਯਾਦ ਹੈ ਡਿਸਪਲੇਸਮੈਂਟ ਰਿਐਕਸ਼ਨ ਕੀ ਸੀ, ਦੀ ਰਿਐਕਸ਼ਨ ਇਨ ਵਿਚ ਹਾਈਲੀ ਰਿਐਕਟਿਵ ਮੈਟਲ ਡਿਸਪਲੇਸਿਸ ਦੀ ਲੈਸ ਰਿਐਕਟਿਵ ਮੈਟਲ। ਹਾਈਲੀ ਰਿਐਕਟਿਵ ਮੈਟਲ ਲੈਸ ਰਿਐਕਟਿਵ ਮੈਟਲ ਨੂੰ ਰਿਮੂਵ ਕਰ ਦਿੰਦੀ ਹੈ। ਰਿਐਕਟੀਵਿਟੀ ਸੀਰੀਜ਼ ਇੱਥੇ ਦਿੱਤੀ ਹੈ, ਮੈਗਨੀਸ਼ੀਅਮ
ਵੱਧ ਰਿਐਕਟਿਵ ਹੈ, ਦੀ ਰਿਐਕਟਿਵਿਟੀ ਡਿਕਰੀਜ਼ਿਸ। ਐਲੂਮੀਨੀਅਮ ਘੱਟ ਰਿਐਕਟਿਵ ਹੈ, ਜਿੰਕ ਉਸ ਤੋਂ ਘੱਟ ਅਤੇ ਆਇਰਨ ਉਸ ਤੋਂ ਘੱਟ। ਦੂਸਰੇ ਪਾਸੇ ਇੱਕ ਤਾਂ ਇਸ ਦਾ ਚਾਰਟ ਵੀ ਦਿੱਤਾ ਹੋਇਆ ਹੈ, ਯਾਦ ਕਰ ਲੈਣਾ। ਹੇਅਰ ਇਟ ਇਜ਼। ਸਭ ਤੋਂ ਵੱਧ ਰਿਐਕਟਿਵ ਪੋਟਾਸ਼ੀਅਮ, ਸੈਕੰਡਲੀ ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਲੈਡ, ਹਾਈਡਰੋਜਨ, ਕਾਪਰ, ਮਰਕਰੀ, ਸਿਲਵਰ, ਗੋਲਡ। ਮੈਟਲ ਏ, ਸਾਲਟ ਆਫ ਮੈਟਲ ਬੀ। ਮੈਟਲ ਬੀ ਬਾਹਰ ਨਿਕਲ ਜਾਏਗੀ ਅਤੇ ਏ ਦੇ ਨਾਲ ਸਾਲਟ ਲੱਗ ਜਾਣਾ। ਸਾਲਟ ਸੋਲਿਊਸ਼ਨ ਆਫ ਏ ਪਲੱਸ ਮੈਟਲ ਬੀ। ਫਸਟ ਚੈਪਟਰ ਦੇ ਵਿੱਚ ਤੁਸੀਂ ਡਿਸਪਲੇਸਮੈਂਟ ਰਿਐਕਸ਼ਨ ਦੇਖ ਸਕਦੇ ਹੋ। ਜਿਵੇਂ ਇੱਥੇ ਵੀ ਤੁਹਾਨੂੰ ਲਿਖ ਕੇ ਦਿਖਾ ਦਿੰਦੇ ਹਾਂ ਇੱਕ ਰਿਐਕਸ਼ਨ। ਸਪੋਜ਼ ਇੱਕ ਆਪਣੇ ਕੋਲ ਹੈ, ਪਹਿਲਾ ਲੈ ਲਈਏ ਪੋਟਾਸ਼ੀਅਮ ਅਤੇ ਦੂਸਰਾ ਹੈ ਜ਼ਿੰਕ ਸਲਫੇਟ। ਜ਼ਿੰਕ ਸਲਫੇਟ ਰਿਐਕਸ਼ਨ ਕੀ ਹੋਊਗੀ? ਪੋਟਾਸ਼ੀਅਮ ਵੱਧ ਰਿਐਕਟਿਵ ਹੈ ਅਤੇ ਜ਼ਿੰਕ ਹੈ ਜਿਹੜਾ ਉਹ ਲੈਸ ਰਿਐਕਟਿਵ ਹੈ। ਵੱਧ ਰਿਐਕਟਿਵ ਲੈਸ ਰਿਐਕਟਿਵ ਨੂੰ ਬਾਹਰ ਕੱਢ ਦੇਗਾ ਅਤੇ ਇਹਦੇ ਨਾਲ ਜੁੜ ਜਾਏਗਾ। ਕੀ ਰਿਐਕਸ਼ਨ ਹੋਊਗੀ? ਪੋਟਾਸ਼ੀਅਮ ਸਲਫੇਟ ਅਤੇ ਜ਼ਿੰਕ ਬਾਹਰ ਨਿਕਲ ਜਾਏਗਾ ਇਕੱਲਾ। ਦਿਸ ਰਿਐਕਸ਼ਨ ਇਜ਼ ਕਾਲਡ ਡਿਸਪਲੇਸਮੈਂਟ ਰਿਐਕਸ਼ਨ। Here its definition. चलो मैं बोल ही देना। Here most reactive metal displaces the less reactive metal and this reaction is called displacement reaction। ਰਿਐਕਟਿਵਿਟੀ ਸੀਰੀਜ਼ ਤੁਸੀਂ ਯਾਦ ਕਰ ਲੈਣੀ ਹੈ। ਸਭ ਤੋਂ ਵੱਧ ਰਿਐਕਟਿਵ ਕਿਹੜੀ ਹੈ? ਸੋਡੀਅਮ, ਪੋਟਾਸ਼ੀਅਮ। ਇੱਥੇ ਇੱਕ ਕੁਐਸਚਨ ਵੀ ਹੈ, ਵਾਈ ਇਜ਼ ਸੋਡੀਅਮ ਕੈਪਟ ਇਮਰਸਡ ਇਨ ਕੈਰੋਸੀਨ ਆਇਲ। ਸੋਡੀਅਮ ਨੂੰ ਕੈਰੋਸੀਨ ਆਇਲ ਦੇ ਵਿੱਚ ਕਿਉਂ ਰੱਖਿਆ ਜਾਂਦਾ, ਮਿੱਟੀ ਦੇ ਤੇਲ ਦੇ ਵਿੱਚ? ਕਿਉਂਕਿ ਇੰਨਾ ਰਿਐਕਟਿਵ ਹੈ, ਜੇ ਇਸ ਨੂੰ ਹਵਾ ਵਿੱਚ ਰੱਖ ਦਈਏ ਤਾਂ ਇਸ ਨੂੰ ਅੱਗ ਲੱਗ ਜਾਂਦੀ ਹੈ। ਇੰਨਾ ਰਿਐਕਟਿਵ ਹੈ, ਇਸ ਲਈ ਇਸ ਨੂੰ ਮਿੱਟੀ ਦੇ ਤੇਲ ਦੇ ਵਿੱਚ ਰੱਖਿਆ ਜਾਂਦਾ ਹੈ। ਸੋ ਇਹ ਰਿਐਕਟਿਵਿਟੀ ਸੀਰੀਜ਼ ਤੁਸੀਂ ਯਾਦ ਕਰ ਲੈਣੀ ਹੈ। ਨੈਕਸਟ ਟੌਪਿਕ ਵੀ ਕਰਨਾ ਹੈ ਲਾਸਟ। ਹਾਊ ਡੂ ਮੈਟਲ ਐਂਡ ਨਾਨ ਮੈਟਲ ਰਿਐਕਟ। 9th ਕਲਾਸ ਦੇ ਵਿੱਚ ਵੀ ਪੜ੍ਹਿਆ ਹੈ। ਮੈਟਲ ਅਤੇ ਨਾਨ ਮੈਟਲ ਕਿਵੇਂ ਰਿਐਕਟ ਕਰਦੀਆਂ ਹਨ। ਮੈਟਲਸ ਤੁਸੀਂ ਪੜ੍ਹਿਆ ਹੈ, ਮੈਟਲਸ ਆਰ ਦਾ ਐਲੀਮੈਂਟਸ ਵਿਚ ਡੋਨੇਟ ਇਲੈਕਟ੍ਰੋਨ ਅਤੇ ਨਾਨ ਮੈਟਲਸ ਵਿਚ ਰਿਸੀਵ ਇਲੈਕਟ੍ਰੋਨ। ਮੈਟਲਸ ਜਿਹੜੀਆਂ ਇਲੈਕਟ੍ਰੋਨ ਛੱਡਦੀਆਂ ਹਨ ਅਤੇ ਨਾਨ ਮੈਟਲਸ ਜਿਹੜੀਆਂ ਇਲੈਕਟ੍ਰੋਨ ਲੈਂਦੀਆਂ ਹਨ। ਇੱਥੇ ਇੱਕ ਐਗਜ਼ਾਮਪਲ ਕਰਦੇ ਹਾਂ। ਮੈਟਲ ਲੈਂਦੇ ਹਾਂ ਅਸੀਂ ਸੋਡੀਅਮ, ਜਿਸ ਦਾ ਅਟੋਮਿਕ ਨੰਬਰ ਹੈ 11 ਅਤੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੁਸੀਂ ਕਰੀ ਹੋਈ ਹੈ 281। ਅਤੇ ਨਾਨ ਮੈਟਲ ਲੈ ਲਈ ਕਲੋਰੀਨ, ਇਸ ਦਾ ਨੰਬਰ ਹੈ 17, 2, 8 ਐਂਡ 7। ਇਹ ਤੁਹਾਨੂੰ ਦੱਸਿਆ ਗਿਆ ਹੈ ਔਕਟੇਟ ਰੂਲ। ਐਵਰੀ ਐਲੀਮੈਂਟ ਵਾਂਟਸ ਟੂ ਹੈਵ 8 electron in valency cell to attain the stable gas electronic configuration। ਹਰੇਕ ਐਟਮ ਇਹ ਚਾਹੁੰਦਾ ਹੈ ਕਿ ਮੇਰੇ ਬਾਹਰਲੇ ਇਲੈਕਟ੍ਰੋਨ ਦੇ ਬਾਹਰਲੇ ਸੈੱਲ ਦੇ ਵਿੱਚ 8 ਇਲੈਕਟ੍ਰੋਨ ਹੋਣ। ਅਤੇ ਇੱਥੇ ਸੋਡੀਅਮ ਇੱਕ ਇਲੈਕਟ੍ਰੋਨ ਛੱਡ ਦੇਵੇਗਾ, ਉਹ ਕੀ ਬਣ ਜਾਏਗਾ? ਸੋਡੀਅਮ ਆਇਨ। ਅਤੇ ਕਲੋਰੀਨ ਨੇ 8 ਪੂਰੇ ਕਰਨ ਲਈ ਇਹੀ ਇਲੈਕਟ੍ਰੋਨ ਹੈ ਜਿਹੜਾ ਲੈ ਲੈਣਾ ਹੈ। ਇੱਥੇ ਵੀ ਕੀ ਹੋ ਜਾਣੇ ਹਨ? 8। ਇਹ ਬਣ ਜਾਊਗਾ ਕਲੋਰੀਨ ਆਇਨ। ਪਲੱਸ ਵਾਲੇ ਨੂੰ ਅਨਾਇਨ ਕਿਹਾ ਜਾਂਦਾ ਹੈ ਅਤੇ ਮਾਈਨਸ ਵਾਲੇ ਨੂੰ ਕਟਾਇਨ ਕਿਹਾ ਜਾਂਦਾ ਹੈ। ਸੋਡੀਅਮ ਮੈਟਲ ਹੈ ਬਿਕੋਜ਼ ਇਟ ਡੋਨੇਟਸ ਇਲੈਕਟ੍ਰੋਨ।
क्लोरीन नॉन मैटल है बिकॉज इट गेन्स इलैक्ट्रॉन, तो दोनों आपस ਵਿੱਚ ਕੰਬਾਈਨ ਹੋ ਜਾਣਗੇ। ਕੀ ਤੁਹਾਡੇ ਸਾਹਮਣੇ ਬਣ ਜਾਏਗਾ ਸੋਡੀਅਮ ਕਲੋਰਾਈਡ, ਨਮਕ ਜੋ ਅਸੀਂ ਘਰੇ ਹਰ ਰੋਜ਼ ਯੂਜ਼ ਕਰਦੇ ਹਾਂ, ਸੋਡੀਅਮ ਕਲੋਰਾਈਡ। ਸੋ ਮੈਟਲ ਅਤੇ ਨੋਨ ਮੈਟਲ ਦੋਨੋਂ ਹੀ ਕੰਬਾਈਨ ਹੋ ਜਾਣਗੇ। ਥੋੜ੍ਹਾ ਇਸ ਬਾਰੇ ਪੜ੍ਹਨਾ ਹੈ ਤਾਂ ਪੜ੍ਹ ਲੈਣਾ ਹੈ ਬਈ। We explain the reactivity of element as the tendency to hit the completely failed valency cell। ਹਰੇਕ ਐਲੀਮੈਂਟ ਚਾਹੁੰਦਾ ਕਿ ਉਸ ਦਾ ਵੈਲੈਂਸੀ ਸੈੱਲ ਜੋ ਬਾਹਰਲਾ ਸੈੱਲ ਹੈ ਉਹ ਕੰਪਲੀਟਲੀ ਫੇਲਡ ਹੋਵੇ, ਮੀਨਸ ਉਸ ਵਿੱਚ 8 ਇਲੈਕਟ੍ਰੋਨ ਹੋਣ। ਸੋ ਦੀ ਨਿਊਕਲੀਅਸ ਆਫ ਐਟਮ, ਸੋਡੀਅਮ ਐਟਮ ਦੀ ਗੱਲ ਹੈ, हैज़ 11 प्रोटॉन्स एंड से वट नंबर ऑफ इलैक्ट्रॉन्स हैव बिकम 10। इसने इलैक्ट्रॉन छੱਡ ਦਿੱਤਾ ਤੇ ਕਿੰਨੇ ਹੋ ਗਏ ਇਸ ਵਿੱਚ 10, ਤੇ ਕੀ ਬਣ ਗਿਆ ਹੈ ਸੋਡੀਅਮ ਕਟਾਇਨ, ਤੁਹਾਨੂੰ ਆਲਰੇਡੀ ਦੱਸ ਚੁੱਕਿਆ। 9 ਕਲੋਰੀਨ ਹੈਵ 7 ਇਲੈਕਟ੍ਰੋਨ, ਕਿਉਂਕਿ ਉਹਦੇ 'ਚ 17 ਹੁੰਦੇ ਹਨ ਕਲੋਰੀਨ 'ਚ, ਇਹਦੇ ਵਿੱਚ ਬਾਹਰਲੇ 'ਚ ਕਿੰਨੇ ਹਨ 7 ਇਲੈਕਟ੍ਰੋਨ। ਐਂਡ ਇਟ ਰਿਕੁਆਇਰਸ 1 ਮੋਰ ਇਲੈਕਟ੍ਰੋਨ ਟੂ ਕੰਪਲੀਟ ਇਟਸ ऑक्टेट। ऑक्टेट ਹੁੰਦਾ टू कंप्लीट 8 इलैक्ट्रॉन, 8 ਪੂਰੇ ਕਰਨ ਲਈ ਇੱਕ ਇਹ ਲੈ ਲਵੇਗਾ। ਐਂਡ ਕਲੋਰੀਨ ਵਰ ਟੂ ਰਿਐਕਟ ਦੀ ਇਲੈਕਟ੍ਰੋਨ ਲੋਸਟ ਬਾਏ ਸੋਡੀਅਮ ਕੁਡ ਬੀ ਟੇਕਨ ਅਪ ਬਾਏ ਦਾ ਕਲੋਰੀਨ। ਜੋ ਸੋਡੀਅਮ ਨੇ ਇਲੈਕਟ੍ਰੋਨ ਦਿੱਤਾ ਸੀ, ਲੋਸ ਕਰਿਆ ਸੀ, ਉਹ ਕਿਹਨੇ ਟੇਕ ਅਪ ਕਰ ਲੈਣਾ ਕਲੋਰੀਨ ਨੇ। ਆਫਟਰ ਗੇਨਿੰਗ ਐਨ ਇਲੈਕਟ੍ਰੋਨ ਗੇਨ ਕਰਨ ਤੋਂ ਬਾਅਦ ਕਲੋਰੀਨ ਐਟਮ ਗੈਟ ਏ ਨੈਗੇਟਿਵ ਚਾਰਜਡ, ये नेगेटिव चार्ज हो जाएगा बिकॉज इट्स न्यूक्लियस हैज 17 प्रोटॉन्स एंड 18 इलैक्ट्रॉन्स। हुण इस विच किन्ने इलैक्ट्रॉन हो जाणगे, क्योंकि किसने गेन कर लिया, पहला 17 सी, हुण किन्ने हो जाणगे 18। सो की बन जाएगा, इट गिव्स अस ए क्लोरीन आयन Cl-। सो बोथ दीज एलीमेंट्स कैन हैव गिव एंड टेक रिलेशन बिटवीन दैम, ਆਪਣੇ ਵਿੱਚ ਇੱਕ ਰਿਲੇਸ਼ਨ ਬਣਾ ਲੈਣਗੇ। ਸੋਡੀਅਮ ਐਂਡ ਕਲੋਰੀਨ ਆਇਨਸ ਬੀਇੰਗ ਆਪੋਜਿਟਲੀ ਚਾਰਜਡ, ਆਪੋਜਿਟ ਚਾਰਜ ਹੋਣ ਕਰਕੇ ਸੋਡੀਅਮ ਪਲੱਸ ਕਲੋਰੀਨ ਨੈਗੇਟਿਵ, ਅਟਰੈਕਟ ਈਚ ਅਦਰ, ਇੱਕ ਦੂਸਰੇ ਨੂੰ ਅਟਰੈਕਟ ਕਰ ਲੈਣਗੇ। ਐਂਡ ਹੋਲਡ ਬਾਏ ਅ ਸਟਰੋਂਗ ਇਲੈਕਟ੍ਰੋਸਟੈਟਿਕ ਫੋਰਸ, ਇੱਕ ਸਟਰੋਂਗ ਇਲੈਕਟ੍ਰੋਸਟੈਟਿਕ ਫੋਰਸ ਬਣ ਜਾਵੇਗੀ, ਕਿਉਂਕਿ ਨੈਗੇਟਿਵ ਅਤੇ ਪੋਜ਼ੀਟਿਵ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਆ। ਅਤੇ ਕੀ ਬਣ ਜਾਏਗਾ ਸਾਲਟ ਐਜ ਸੋਡੀਅਮ ਕਲੋਰਾਈਡ। ਕਿਹੜਾ ਸਾਲਟ ਬਣ ਜਾਏਗਾ ਸੋਡੀਅਮ ਕਲੋਰਾਈਡ। ਅਤੇ ਇਸ ਤਰ੍ਹਾਂ ਇੱਕ ਸਾਲਟ ਕ੍ਰੀਏਟ ਹੋ ਜਾਂਦਾ ਹੈ। ਦੀ ਕੰਪਾਊਂਡਸ ਫਾਰਮਡ ਇਨ ਦਿਸ ਮੈਨਰ ਬਾਏ ਟਰਾਂਸਫਰ ਆਫ ਇਲੈਕਟ੍ਰੋਨ ਫਰਾਮ ਏ ਮੈਟਲ ਟੂ ਨੋਨ ਮੈਟਲ ਆਰ ਨੋਨ ਐਜ਼ ਆਇਨਿਕ ਕੰਪਾਊਂਡ। ਇਸ ਤਰ੍ਹਾਂ ਜਿਹੜੇ ਕੰਪਾਊਂਡ ਬਣਦੇ ਹਨ, ਇੱਕ ਇਲੈਕਟ੍ਰੋਨ ਦੇਣ ਨਾਲ ਅਤੇ ਦੂਜੇ ਪਾਸੇ ਲੈਣ ਨਾਲ। ਮੈਟਲ ਡੋਨੇਟ ਕਰਦੀ ਹੈ, ਨੋਨ ਮੈਟਲ ਲੈਂਦੀ ਹੈ, ਅਤੇ ਜਿਹੜਾ ਕੰਪਾਊਂਡ ਬਣਦਾ ਹੈ ਦੈਟਸ ਕੰਪਾਊਂਡਸ ਆਰ ਕਾਲਡ ਆਇਨਿਕ ਕੰਪਾਊਂਡਸ। ਇੱਥੋਂ ਤੱਕ ਬੇਟੇ ਤੁਸੀਂ ਪੜ੍ਹ ਲੈਣਾ ਹੈ। ਇੱਕ ਐਗਜ਼ਾਮਪਲ ਇਸ ਦੀ ਹੋਰ ਵੀ ਹੈ, ਮੈਗਨੀਸ਼ੀਅਮ ਕਲੋਰਾਈਡ। ਮੈਗਨੀਸ਼ੀਅਮ ਦਾ ਨੰਬਰ ਹੁੰਦਾ ਹੈ 12, 282, ਇਹ 2 ਇਲੈਕਟ੍ਰੋਨ ਦੇ ਦੇਵੇਗਾ। ਅਤੇ ਕਲੋਰੀਨ ਇੱਥੇ 2 ਹਨ, ਇਸ ਇੱਕ ਕਲੋਰੀਨ ਨੂੰ 1 ਇਲੈਕਟ੍ਰੋਨ ਚਾਹੀਦਾ ਹੈ ਅਤੇ 2 ਨੂੰ ਕਿੰਨੇ ਚਾਹੀਦੇ ਹਨ 2, ਅਤੇ ਉਹ ਆ ਦੋਨੋਂ ਇਲੈਕਟ੍ਰੋਨ ਇਹ ਗੇਨ ਕਰ ਲਵੇਗੀ। ਅਤੇ ਕਿਹੜਾ ਕੰਪਾਊਂਡ ਬਣ ਜਾਏਗਾ ਮੈਗਨੀਸ਼ੀਅਮ ਕਲੋਰਾਈਡ। ਕੰਪਾਊਂਡ ਬਣਾਉਣੇ ਤੁਹਾਨੂੰ 9th ਦੇ ਵਿੱਚ ਦੱਸ ਵੀ ਦਿੱਤੇ ਸੀ। ਮੈਗਨੀਸ਼ੀਅਮ ਕਲੋਰਾਈਡ, ਮੈਗਨੀਸ਼ੀਅਮ ਦੀ ਵੈਲੈਂਸੀ ਕਿੰਨੀ ਆ, ਇਹਦਾ ਨੰਬਰ 12, 282, ਇਸ ਦੀ ਵੈਲੈਂਸੀ 2 ਹੈ। ਕਲੋਰੀਨ ਦਾ ਨੰਬਰ 17, 287, ਇਹ ਇੱਕ ਲੈਣਾ ਚਾਹੁੰਦਾ, ਇਸ ਦੀ ਵੈਲੈਂਸੀ 1 ਹੈ। ਫਿਰ ਆਪਾਂ ਕ੍ਰੋਸ ਮਲਟੀਪਲਾਈ ਕਰ ਦਿੰਦੇ ਸੀ। ਮੈਗਨੀਸ਼ੀਅਮ 1 ਲਿਖੋ ਚਾਹੇ ਨਾ ਲਿਖੋ, Cl2, ਮੈਗਨੀਸ਼ੀਅਮ
ਕਲੋਰਾਈਡ। ਇਸ ਤਰ੍ਹਾਂ ਕੰਪਾਊਂਡ ਬਣਦੇ ਹਨ। ਇਲੈਕਟ੍ਰੋਨ ਮੈਟਲਸ ਰਿਲੀਜ਼ ਕਰਦੀਆਂ ਨੇ ਅਤੇ ਨੋਨ ਮੈਟਲਸ ਗੇਨ ਕਰਦੀਆਂ ਨੇ। ਦਿਸ ਇਜ਼ ਦੀ ਰਿਐਕਸ਼ਨ ਬਿਟਵੀਨ ਮੈਟਲ ਐਂਡ ਨੋਨ ਮੈਟਲ ਐਂਡ ਦਾ ਕੰਪਾਊਂਡ ਪ੍ਰੋਡਿਊਸਡ ਇਜ਼ ਕਾਲਡ ਆਇਨਿਕ ਕੰਪਾਊਂਡਸ। ਇੱਥੋਂ ਤੱਕ ਪੜ੍ਹ ਲੈਣਾ ਹੈ ਬੇਟੇ। ਸੋ ਨੈਕਸਟ ਅਸੀਂ ਪੜ੍ਹਾਂਗੇ ਪ੍ਰੋਪਰਟੀਜ਼ ਆਫ ਆਇਨਿਕ ਕੰਪਾਊਂਡਸ। ਅੱਜ ਪੜ੍ਹਿਆ ਹਨ ਪ੍ਰੋਪਰਟੀਜ਼ ਆਫ ਕੈਮੀਕਲ ਪ੍ਰੋਪਰਟੀਜ਼ ਆਫ ਮੈਟਲਸ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।